ਅਸੀਂ ਕਰ ਰਹੇ ਸੀ ਸੋਵਰੈਨਿਟੀ ਦਾ ਚੈਪਟਰ। ਠੀਕ ਹੈ, ਸੋਵਰੈਨਿਟੀ ਦੇ ਚੈਪਟਰ ਦੇ ਵਿੱਚ ਅਸੀਂ ਕਰਨਾ ਹੈਗਾ ਯੂਨੀਵਰਸਟੈਲਿਟੀ। ਯੂਨੀਵਰਸਟੈਲਿਟੀ ਦਾ ਮਤਲਬ ਹੈ ਸਰਵ ਵਿਆਪਕਤਾ। ਮਤਲਬ ਕਿ ਜਿਹੜੀ ਸੋਵਰੈਨਿਟੀ ਹੈ ਉਹ ਕਹਿੰਦੇ ਸਰਵ ਵਿਆਪੀ ਹੈ, ਮਤਲਬ ਯੂਨੀਵਰਸਲ ਹੈ, ਹਰ ਕਿਸੇ ਦੇ ਕੋਲ ਹੈ। ਜਿੱਦਾਂ ਆਪਾਂ ਸੋਵਰੈਨਿਟੀ ਦਾ ਕਰਵਾਇਆ ਸੀ ਨਾ ਕਿ ਸੋਵਰੈਨਿਟੀ ਦਾ ਮਤਲਬ ਕੀ ਹੈਗਾ ਵਾ। ਸੋਵਰੈਨਿਟੀ ਦਾ ਮਤਲਬ ਫ੍ਰੀ ਫਰੋਮ ਐਕਸਟਰਨਲ ਐਂਡ ਇੰਟਰਨਲ ਕੰਟਰੋਲ, ਮਤਲਬ ਕੋਈ ਦੇਸ਼ ਕਿਸੇ ਦੇ ਵੀ ਅੰਡਰ ਨਹੀਂ ਹੈ, ਸਭ ਫਰੀडम ਦੇ ਵਿੱਚ ਨੇ। ਤੇ ਸੋਵਰੈਨਿਟੀ ਜਿਹਦੇ ਥਰੂ ਲੋਕ ਆਪਣੇ ਰੂਲ ਵਗੈਰਾ ਮਨਵਾਉਂਦੇ ਆ, ਉਹ ਸਭ ਦੇ ਕੋਲ ਹੁੰਦੀ ਹੈ, ਸਾਰੀ ਸਟੇਟਸ ਦੇ ਕੋਲ ਹੁੰਦੀ ਹੈ। ਠੀਕ ਹੈ, ਸੋ ਅਸੀਂ ਇਹੀ ਕਵਾਂਗੇ ਕਿ ਜਿਹੜੀ ਸੋਵਰੈਨਿਟੀ ਹੈ ਉਹ ਯੂਨੀਵਰਸਟੈਲਿਟੀ ਹੈ। ਮਤਲਬ ਸੋਵਰੈਨਿਟੀ ਹਰੇਕ ਵਿਅਕਤੀ, ਹਰੇਕ ਸੰਘ, ਮਤਲਬ ਹਰੇਕ ਆਰਗੇਨਾਈਜੇਸ਼ਨ, ਹਰੇਕ ਵਸਤੂ, ਮਤਲਬ ਹਰੇਕ ਥਿੰਗਸ, ਹਰ ਦੇ ਕੋਲ ਹੁੰਦੀ ਹੈ, ਹਰ ਮਤਲਬ ਸਟੇਟ ਦੇ ਕੋਲ ਹੁੰਦੀ ਹੈ। ਕਹਿੰਦੇ ਕੋਈ ਵੀ ਜਿਹੜਾ ਹੈਗਾ ਵਾ ਇਸ ਤੋਂ ਬਾਹਰ ਨਹੀਂ ਜਾ ਸਕਦਾ। ਜਿੱਦਾਂ ਮੰਨ ਕੇ ਚੱਲੋ ਇਸ ਟਾਈਮ ਅਗਰ ਅਸੀਂ ਸੋਵਰੈਨਿਟੀ ਦਾ ਚੈਪਟਰ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਸੋਵਰੈਨਿਟੀ ਸਟੇਟ ਦੇ ਕੋਲ ਹੈ। ਹਾਂ, ਸਟੇਟ ਜ਼ਰੂਰ ਆਪਣੀ ਜਿਹੜੀ ਪਾਵਰ ਹੈਗੀ ਥੋੜੀ ਡਿਸਟ੍ਰੀਬਿਊਟ ਕਰ ਦਿੰਦੀ ਆ, ਕਦੇ ਕਿਸੇ ਹਿਊਮਨ ਬੀਇੰਗ ਨੂੰ ਦੇ ਦਿੰਦੀ ਆ, ਕਦੇ ਕਿਸੇ ਆਰਗੇਨਾਈਜੇਸ਼ਨ ਨੂੰ ਦੇ ਦਿੰਦੀ ਆ, ਕਦੇ ਕਿਸੇ ਥਿੰਗਸ ਨੂੰ ਦੇ ਦਿੰਦੀ ਆ। ਹਾਂ, ਇਹ ਜ਼ਰੂਰ ਆਪਣੀ ਪਾਵਰ ਡਿਸਟ੍ਰੀਬਿਊਟ ਕਰ ਲੈਂਦੀ ਆ, ਲੇਕਿਨ ਇਹਦੀ ਪਾਵਰ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਇਹ ਖੁਦ ਕਰਦੀ ਆ। ਇਹਦਾ ਮਤਲਬ ਹੈ ਜਦੋਂ ਚਾਹੇ ਹੀ ਆਪਣੀ ਪਾਵਰ ਨੂੰ ਵਾਪਸ ਵੀ ਲੈ ਸਕਦੀ ਹੈ। ਜਿੱਦਾਂ ਮੈਂ ਆਪਣੀ ਪਾਵਰ ਇੱਕ ਦਿਨ ਦੇ ਲਈ ਤੁਹਾਨੂੰ ਦੇ ਦਾਂ ਕਿ ਤੁਸੀਂ ਗਰੁੱਪ 'ਚ ਲਿੰਕ ਸੈਂਡ ਕਰ ਦਿਓ, ਲੇਕਿਨ ਇਹ ਤਾਂ ਮੈਂ ਦਿੱਤੀ ਆ ਨਾ, ਹੈ ਨਾ, ਡੈਲੀਗੇਟਡ ਹੋ ਗਈ ਵੀ, ਮਤਲਬ ਮੈਂ ਦਿੱਤੀ ਹੈ। ਲੇਕਿਨ ਜਦੋਂ ਚਾਹਾਂ ਮੈਂ ਆਪਣੀ ਪਾਵਰ ਵਾਪਸ ਵੀ ਤਾਂ ਲੈ ਸਕਦੀ ਹਾਂ ਨਾ, ਕਿ ਨੈਕਸਟ ਟਾਈਮ ਤੋਂ ਮੈਂ ਬੋਲੂੰਗੀ ਏਦਾਂ ਕੁਝ ਨਹੀਂ ਕਰਨਾ। ਸੋ ਇਸੇ ਤਰ੍ਹਾਂ ਹੀ ਸੋਵਰੈਨਿਟੀ ਹੈ। ਸੋਵਰੈਨਿਟੀ ਸਟੇਟ ਦੇ ਕੋਲ ਆ, ਪਾਵਰ ਸਟੇਟ ਦੇ ਕੋਲ ਆ, ਤੇ ਸਟੇਟ ਜਦੋਂ ਚਾਹੇ ਉਸ ਪਾਵਰ ਨੂੰ ਤੁਹਾਡੇ ਕੋਲੋਂ ਵਾਪਸ ਲੈ ਸਕਦੀ ਆ। ਕਲੀਅਰ? ਜਿੱਦਾਂ ਹੁਣ ਕ੍ਰਿਟੀਸਾਈਜ਼ ਵੀ ਕੀਤਾ, ਸੇਮ ਕ੍ਰਿਟੀਸਾਈਜ਼ ਵੀ ਇਸ ਤਰ੍ਹਾਂ ਦਾ ਹੀ ਆ। ਕਹਿੰਦੇ ਕਿ ਅਸੀਂ ਕਹਿੰਦੇ ਆ ਕਿ ਸੋਵਰੈਨਿਟੀ ਮਤਲਬ ਸਟੇਟ ਜਿਹੜੇ ਵੀ ਰੂਲ ਬਣਾਉਂਦੀ ਆ ਸਭ ਸਾਈਡ ਲਾਗੂ ਹੁੰਦੇ ਆ। ਕਰੈਕਟ? ਮੈਂ ਹੀ ਚੀਜ਼ ਬੋਲਦੀ ਆ ਕਿ ਸਟੇਟ ਦੇ ਕੋਲ ਬਹੁਤ ਪਾਵਰ ਹੈ, ਸਟੇਟ ਜਿਹੜੇ ਰੂਲ ਬਣਾਉਂਦੀ ਆ ਸਭ ਸਾਈਡ ਲਾਗੂ ਹੁੰਦੇ ਨੇ, ਸਭ ਸਾਈਡ ਉਸਨੂੰ ਮੰਨਿਆ ਜਾਏਗਾ। ਸਪੈਸ਼ਲੀ ਜਿਹੜੇ ਪਰਸਨ ਦਾ ਤੁਹਾਡੀ ਹੀ ਸਟੇਟ 'ਚ ਰਹਿੰਦੇ ਨੇ ਉਹ ਤਾਂ ਇਸਨੂੰ ਮੰਨਣਗੇ ਹੀ ਮੰਨਣਗੇ। ਲੇਕਿਨ ਕਹਿੰਦੇ ਕੁਝ ਡਿਪਲੋਮੈਟਿਕ ਪਰਸਨ ਹੁੰਦੇ ਆ। ਡਿਪਲੋਮੈਟਿਕ ਸਮਝਦੇ ਹੋ? ਜਿੱਦਾਂ ਮੰਨ ਲਓ ਅਮਰੀਕਾ ਤੋਂ ਕੋਈ ਪਰਸਨ ਸਾਡੇ ਇੱਥੇ ਆਇਆ ਵਾ, ਅਮਰੀਕਾ ਨੂੰ ਛੱਡੋ, ਆਪਾਂ ਸਿਰਫ ਸਟੇਟ ਦੀ ਗੱਲ ਕਰਦੇ ਹਾਂ। ਮੰਨ ਲਓ ਇੱਕ ਸਟੇਟ ਦਾ ਪਰਸਨ ਜਿਹੜਾ ਸਾਡੀ ਸਟੇਟ ਦੇ ਵਿੱਚ ਆਇਆ, ਬੰਗਲਾਦੇਸ਼ ਦਾ ਮੰਨ ਲਓ ਸਾਡੇ ਦੇਸ਼ ਦੇ ਵਿੱਚ ਆਇਆ ਵਾ। ਸੋ ਇਹਦੇ ਨਾਲ ਕੀ ਹੋਏਗਾ? ਹੁਣ ਬੰਗਲਾਦੇਸ਼ ਤਾਂ ਸਾਡੇ ਇੱਥੇ ਆਇਆ ਵਾ, ਹੁਣ ਉਹ ਤਾਂ ਬੰਗਲਾਦੇਸ਼ ਦਾ ਵਾ, ਸਾਡੇ ਦੇਸ਼ ਦਾ ਥੋੜੀ ਨਾ। ਸੋ ਇਸ ਲਈ ਸਾਡੇ ਰੂਲ ਉੱਤੇ ਤਾਂ ਲਾਗੂ ਹੀ ਨਹੀਂ ਹੋਣਗੇ। ਫਿਰ ਪਹਿਲਾਂ ਕਿੱਦਾਂ ਰਾਈਟਰ ਨੇ ਕਹਿਤਾ ਕਿ ਜੋ ਤੁਹਾਡੀ ਸਟੇਟ 'ਚ ਪਹਿਲਾ ਪਰਸਨ ਰਹਿੰਦਾ ਹੈ ਉਸਦੇ ਉੱਤੇ ਰੂਲ ਲਾਗੂ ਹੋਣਗੇ। ਅਸੀਂ ਕ੍ਰਿਟੀਸਾਈਜ਼ ਕੀਤਾ, ਅਸੀਂ ਆਲੋਚਨਾ ਕੀਤੀ ਕਿ ਬਾਹਰ ਤੋਂ ਅਗਰ ਕੋਈ ਪਰਸਨ ਸਾਡਾ ਡਿਪਲੋਮੈਟਿਕ ਬੰਦਾ ਹੈ, ਡਿਪਲੋਮੈਟਿਕ ਦਾ ਮਤਲਬ ਇਹ ਨਹੀਂ ਕਿ ਹੁਣ ਬਾਹਰ ਤੋਂ ਜਿੰਨੇ ਪਰਸਨ ਆਏ ਉਹ ਸਾਡੇ ਡਿਪਲੋਮੈਟਿਕ ਹੀ ਨੇ, ਨਹੀਂ। ਇੱਕ ਸਪੈਸ਼ਲ ਪਰਸਨ ਹੁੰਦਾ ਜਿਹੜਾ ਅਸੀਂ ਆਪਣੇ ਰਾਜਦੂਤ ਦੇ ਰੂਪ ਵਿੱਚ, ਆਪਣੇ ਡਿਪਲੋਮੈਟ ਦੇ ਰੂਪ ਵਿੱਚ ਆਪਣੀ ਕੰਟਰੀ ਦੇ ਵਿੱਚ ਰੱਖਦੇ ਹੀ ਰੱਖਦੇ ਹਾਂ, ਕਿਉਂਕਿ ਹੋ ਸਕਦਾ ਹੈ ਉਹਨਾਂ ਦੀ ਕੰਟਰੀ ਦੇ ਪਰਸਨ ਸਾਡੇ ਇੱਥੇ ਬਹੁਤ ਜ਼ਿਆਦਾ ਰਹਿੰਦੇ ਹੋਣ, ਉਹਨਾਂ ਦੀ ਸਟੇਟ ਦੇ ਪਰਸਨ ਸਾਡੇ ਇੱਥੇ ਬਹੁਤ ਜ਼ਿਆਦਾ ਰਹਿੰਦੇ ਹੋਣ। ਹੁਣ ਉਹਨਾਂ ਨੂੰ ਵੀ ਤਾਂ ਪ੍ਰੋਟੈਕਟ ਕਰਨ ਦੀ ਜ਼ਰੂਰਤ ਹੈ ਨਾ। ਸੋ ਇਸ ਲਈ ਅਸੀਂ ਉਹਨਾਂ ਦਾ ਇੱਕ ਪਰਸਨ ਇੱਥੇ ਅਪੁਆਇੰਟ ਕਰ ਲੈਂਦੇ, ਉਹਨੂੰ ਬੋਲਦੇ ਆ ਡਿਪਲੋਮੈਟ। ਠੀਕ? ਸੋ ਕਹਿੰਦੇ ਕਿ ਬਹੁਤ ਸਾਰੀਆਂ ਰੋਕਾਂ ਹੁੰਦੀਆਂ ਨੇ। ਸੋ ਕਹਿੰਦੇ ਇਹ ਜਿਹੜੀਆਂ ਰੋਕਾਂ ਨੇ ਨਾ ਉਸ ਡਿਪਲੋਮੈਟ ਪਰਸਨ ਤੇ ਨਹੀਂ ਲਗਾਈਆਂ ਜਾ ਸਕਦੀਆਂ। ਜਿਵੇਂ ਕਿ ਕਹਿੰਦੇ ਮਾਰਚ 2013 ਦੇ ਵਿੱਚ ਭਾਰਤ ਦੇ ਦੁਆਰਾ, ਯਾਨੀ ਕਿ ਜਿਹੜੀ ਸਾਡੀ ਭਾਰਤ ਸਰਕਾਰ ਹੈ ਇਹਦੇ ਦੁਆਰਾ ਇਟਲੀ ਦੇ ਰਾਜਦੂਤਾਂ ਦੁਆਰਾ ਦੇਸ਼ ਛੱਡਣ ਤੇ ਪਾਬੰਦੀ ਲਗਾ ਦਿੱਤੀ ਸੀ। ਮਤਲਬ ਤੁਸੀਂ ਸਾਡਾ ਦੇਸ਼ ਛੱਡ ਕੇ ਨਹੀਂ ਜਾਣਾ। ਸੋ ਕਹਿੰਦੇ ਇਹ ਉਦੇਸ਼ ਦੀ ਪੂਰਤੀ ਲਈ, ਮਤਲਬ ਇਹਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਕੀ ਕੀਤਾ ਸੀ, ਵੱਖਰੇ ਵੱਖਰੇ 에ਅਰਪੋਰਟਸ ਦੇ ਉੱਤੇ ਸਾਰੇ ਆਪਣੇ ਮਿਲਟਰੀ ਦੇ ਪਰਸਨ ਲਗਾ ਦਿੱਤੇ ਸੀ। ਠੀਕ ਹੈ? ਕਹਿੰਦੇ ਇਹ ਵਿਸ਼ੇਸ਼ ਅਧਿਕਾਰ ਉਹਨੂੰ ਦਿੱਤਾ ਜਾਂਦਾ ਵਾ। ਮਤਲਬ ਮੈਂ ਬੋਲਿਆ ਕਿ ਉੱਤੇ ਕੋਈ ਰੂਲ ਨਹੀਂ ਲਾਗੂ ਹੁੰਦਾ ਜਿਹੜਾ ਪਰਸਨ ਇੱਥੇ ਮਤਲਬ ਅਪੁਆਇੰਟ ਕੀਤਾ ਜਾਂਦਾ। ਨਾਲ ਹੀ ਪਰ ਮੈਂ ਇਹਦਾ ਕ੍ਰਿਟੀਸਾਈਜ਼ ਵੀ ਕਰਤਾ ਕਿ ਮਤਲਬ ਇੰਟਰਨੈਸ਼ਨਲ ਤੌਰ ਦੇ ਉੱਤੇ ਉਹ ਕੁਝ ਇਸ ਤਰ੍ਹਾਂ ਦੀਆਂ ਪਾਵਰਸ ਹੁੰਦੀਆਂ ਨੇ ਕਿ ਉਸ ਡਿਪਲੋਮੈਟਿਕ ਪਰਸਨ ਦੇ ਉੱਤੇ ਲਗਾ ਸਕਦਾ ਵਾ। ਕਲੀਅਰ? ਚਲੋ, ਇਨਲਾਇਬਿਲਿਟੀ। ਵੈਰੀ ਗੁੱਡ ਮਾਰਨਿੰਗ ਜੀ। ਇਨਲਾਇਬਿਲਿਟੀ ਦਾ ਮਤਲਬ ਹੁੰਦਾ ਵਾ ਇੰਤਕਾਲ
ਅਯੋਗਤਾ। ਕਹਿੰਦੇ ਕਿ ਪ੍ਰਭੂ ਸੱਤਾ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੀ, ਮਤਲਬ ਕਹਿੰਦੇ ਸੋਵਰੈਨਿਟੀ ਆਪਣਾ ਪਾਰਟ ਕਿਸੇ ਨੂੰ ਕੱਟ ਕੇ ਨਹੀਂ ਦੇ ਸਕਦੀ, ਇਨਲਾਇਬਿਲਿਟੀ ਆ ਬੇਟਾ ਉਹ। ਮਤਲਬ ਮੈਂ ਇਹ ਕਹਿ ਦੇਵਾਂ ਕਿ ਸਟੇਟ ਨੇ ਆਪਣੀਆਂ ਪਾਵਰ ਕੱਟ ਕੇ ਉਹਨੂੰ ਦੇ ਦਿੱਤੀਆਂ, ਸੰਘ ਨੂੰ ਦੇ ਦਿੱਤੀਆਂ, ਗਰੁੱਪ ਨੂੰ ਦੇ ਦਿੱਤੀਆਂ, ਆਰਗੇਨਾਈਜੇਸ਼ਨਸ ਨੂੰ ਦੇ ਦਿੱਤੀਆਂ, ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਸਟੇਟ ਆਪਣੀਆਂ ਪਾਵਰ ਕਦੇ ਵੀ ਕੱਟ ਕਰਕੇ ਨਹੀਂ ਦਿੰਦੀ, ਠੀਕ ਹੈ, ਕਿਉਂਕਿ ਕਹਿੰਦੇ ਅਗਰ ਸਟੇਟ ਆਪਣੀਆਂ ਪਾਵਰ ਕੱਟ ਕਰਕੇ ਦੇਣ ਲੱਗ ਗਈ ਤਾਂ ਉਹਦੀਆਂ ਤਾਂ ਪਾਵਰਸ ਹੀ ਖਤਮ ਹੋ ਜਾਣਗੀਆਂ। ਸੋ ਸਟੇਟ ਨਾ ਤਾਂ ਕਹਿੰਦੇ ਕਿਸੇ ਹਿਊਮਨ ਬੀਇੰਗ ਨੂੰ ਪਾਵਰਸ ਦਿੰਦੀ ਹੈ, ਠੀਕ ਹੈ, तो कहते अगर वो दे दिंदी है तो ਇਹਦਾ मतलब है वो अपनी ही पावर्स ਨੂੰ खत्म कर ਲੈਂਦੀ है। अकॉर्डिंग टू द डॉक्टर गार्नर कहते प्रभु सत्ता ਦਾ त्यागना राज द्वारा आत्म हत्या करना होएगा, ठीक है, मतलब कमिटेड सुसाइड। अगर वो अपना कह दे ना कि मैं अपनी ये पावर किस ਨੂੰ ਦੇ ਰਹੀ ਹਾਂ, ਤੁਸੀਂ ਸਮਝ ਲਓ ਕਿ ਉਹ ਸੁਸਾइड कर ਰਿਹਾ ਇਸ ਟਾਈਮ, ਕਿਉਂਕਿ ਉਹਦੀਆਂ ਤਾਂ ਪਾਵਰ ਹੀ ਉਹਦੇ ਕੋਲ ਹੈ ਨਹੀਂ ਗੀਆਂ, ਠੀਕ ਹੈ। ਉਸ ਤੋਂ ਬਾਅਦ ਲੇਕਿਨ ਕੁਝ ਰਾਈਟਰ ਇਦਾਂ ਦੇ ਵੀ ਨੇ ਜਿਹੜੇ ਇਹਦਾ ਕ੍ਰਿਟਿਸਾਈਜ਼ ਕਰਦੇ ਨੇ। ਕ੍ਰਿਟਿਸਾਈਜ਼ ਕੀ ਕਰਦੇ ਨੇ? ਕਹਿੰਦੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਨੂੰ ਐਗਜ਼ਾਮਪਲਸ ਮਿਲਦੀਆਂ ਨੇ ਜਿਹਦੇ ਵਿੱਚ ਇੱਕ ਸਟੇਟ ਨੇ ਆਪਣੀਆਂ ਪਾਵਰ ਕੁਝ ਨੂੰ ਸੌਂਪੀਆਂ ਹੋਈਆਂ ਨੇ, ਠੀਕ ਹੈ, ਡੈਲੀਗੇਟਡ ਨੇ ਪਾਵਰ, ਮਤਲਬ ਕਿਸੇ ਨੂੰ ਪਾਵਰ ਦਿੱਤੀਆਂ ਹੁੰਦੀਆਂ ਨੇ। ਹਾਂ ਕਹਿੰਦੇ ਅਗਰ ਅਸੀਂ ਕਿਸੇ ਨੂੰ ਪਾਵਰ ਦੇ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਪਾਵਰ ਖਤਮ ਹੋ ਜਾਂਦੀ ਹੈ, ਨਹੀਂ, ਪਾਵਰ ਨਹੀਂ ਖਤਮ ਹੁੰਦੀ, ਕਿਉਂਕਿ ਉਹ ਤਾਂ ਅਸੀਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਹਿਊਮਨ ਬੀਇੰਗ ਨੂੰ ਦਿੱਤੀ ਹੈ, ਮਨ ਮਰਜ਼ੀ ਦੇ ਨਾਲ ਕਿਸੇ ਆਰਗੇਨਾਈਜੇਸ਼ਨਸ ਨੂੰ ਦਿੱਤੀ ਹੈ। ਸੋ ਇਹ ਕਹਿ ਦੇਣਾ ਕਿ ਉਦੋਂ ਪਾਵਰ ਖਤਮ ਹੋ ਜਾਣਗੀਆਂ, ਨਹੀਂ, ਪਾਵਰ ਨਹੀਂ ਖਤਮ ਹੁੰਦੀਆਂ। ਇਨਡਿਵਿਜ਼ਿਬਿਲਿਟੀ, ਹੁਣ ਡਿਵਿਜ਼ਿਬਿਲਿਟੀ ਦਾ ਮਤਲਬ ਤੁਸੀਂ ਸਮਝਦੇ ਹੀ ਹੋ, ਇਨਡਿਵਿਜ਼ਿਬਿਲਿਟੀ ਦਾ ਮਤਲਬ ਅਵੰਡ, ਸੇਮ ਦੁਬਾਰਾ ਉਹੀ। ਕਹਿੰਦੇ ਕਿ ਜਿਹੜੀ ਤੁਹਾਡੀ ਸੋਵਰੈਨਿਟੀ ਹੈ, ਮਤਲਬ ਜਿਹੜੀ ਤੁਹਾਡੀ ਪ੍ਰਭੂ ਸੱਤਾ ਹੈ, ਕਹਿੰਦੇ ਇਸ ਨੂੰ ਅਗਰ ਤੁਸੀਂ ਵੰਡ ਦਿੰਦੇ ਹੋ, ਸੇਮ ਦੁਬਾਰਾ ਪੁਆਇੰਟ ਆ ਗਿਆ ਕਿ ਇਹਦਾ ਮਤਲਬ ਹੈ ਤੁਸੀਂ ਇਹਨੂੰ ਖਤਮ ਕਰ ਦਿੰਦੇ ਹੋ, ਤੁਸੀਂ ਇਸ ਨੂੰ ਸੁਸਾਈਡ ਕਰਵਾ ਦਿੰਦੇ ਹੋ। ਕਹਿੰਦੇ ਜੈਲੀਨਿਕ ਇੱਕ ਰਾਈਟਰ ਨੇ ਉਸਨੇ ਕਿਹਾ ਹੈ ਕਿ ਵੰਡੀ ਹੋਈ, ਕੱਟੀ ਹੋਈ, ਘੱਟ ਕੀਤੀ ਹੋਈ ਇਹ ਪ੍ਰਭੂ ਸੱਤਾ ਹੀ ਨਹੀਂ ਹੈ, ਇਸ ਤਰ੍ਹਾਂ ਦੀ ਕਹਿੰਦੇ ਪ੍ਰਭੂ ਸੱਤਾ ਹੁੰਦੀ ਹੀ ਨਹੀਂ। ਸੋ ਗੈਟਲ ਨੇ ਵੀ ਬੋਲਿਆ ਹੈ ਕਿ ਵੰਡੀ ਹੋਈ ਪ੍ਰਭੂ ਸੱਤਾ ਵੀ ਵਿਰੋਧੀ ਜਾਪਦੀ ਹੈ, ਮਤਲਬ अगर कहते गैटल ने चीज बोली है इंडिविजिबल सोवरेनिटी इज अ कंट्राडिक्शन इन टर्म, मतलब विरोधी जापदी है। कहते जे तुसी अपनी प्रभु सत्ता वंड दिंदे हो ਇਹਦਾ मतलब हैगा कि तुसी ਉਹਦਾ ਵਿਰੋਧ ਕਰ ਰਹੇ ਹੋ, क्योंकि प्रभु सत्ता नहीं वंडी जा सकती, ठीक है। कहते प्रभु सत्ता सिर्फ एक चीज है ਜਿਹਨੂੰ अगर ਵੰਡ ਦਵਾਂਗੇ ਉਸਨੂੰ ਖਤਮ ਕਰ ਦਵਾਂਗੇ। ਫॉर एग्जांपल ਦੇ ਤੌਰ ਤੇ ਇਹਨਾਂ ਨੇ ਹਿਊਮਨ ਬੀਇੰਗ ਦੀ ਐਗਜ਼ਾਮਪਲ ਦਿੱਤੀ ਸੀ। ਅਗਰ ਹਿਊਮਨ ਬੀਇੰਗ ਦੇ ਕੋਲ ਹਿਊਮਨ ਬੀਇੰਗ ਦਾ ਵਿਅਕਤੀਤਵ ਖੋਲਿਆ ਜਾਵੇ ਨਾ, ਜਿੱਦਾਂ ਅਗਰ ਉਹ ਬੋਲਦਾ ਹੈ ਕਿ ਉਸਨੇ ਸੱਚ ਹੀ ਬੋਲਣਾ ਹੈ, ਉਹ ਨਹੀਂ ਝੂਠ ਬੋਲਦਾ, ਤੇ ਹੁਣ ਮੈਂ ਅਗਰ ਉਸਨੂੰ ਬੋਲਦਾ ਨਹੀਂ ਤੂੰ ਝੂਠ ਹੀ ਬੋਲਣਾ ਹੈ, ਤੂੰ ਸੱਚ ਬੋਲਣਾ ਹੀ ਨਹੀਂ ਹੈ, ਇਹਦਾ ਮਤਲਬ ਹੈ ਮੈਂ ਉਹਦੇ ਕੋਲ ਉਹਦੀ ਚੀਜ਼ ਹੀ ਖੋਲੀ ਜੋ ਉਹਦੇ ਵਿੱਚ ਮੇਨ ਚੀਜ਼ ਹੈ। ਸੇਮ ਸੋਵਰੈਨਿਟੀ ਹੈ। ਅਗਰ ਸੋਵਰੈਨਿਟੀ ਇਹ ਚੀਜ਼ ਬੋਲ ਰਹੀ ਹੈ ਨਾ ਕਿ ਉਹ ਨਹੀਂ ਵੰਡੀ ਜਾ ਸਕਦੀ, ਅਗਰ ਮੈਂ ਉਸਨੂੰ ਵੰਡ ਦਿੰਨੀ ਆ ਇਹਦਾ ਮਤਲਬ ਮੈਂ ਉਹਦੇ ਆਪੋਜ਼ਿਟ ਜਾ ਰਹੀ ਹਾਂ, ਇਹਦਾ ਮਤਲਬ ਮੈਂ ਉਹਨੂੰ ਖਤਮ ਕਰ ਰਹੀ ਹਾਂ, ਹੈ ਨਾ। ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਕੁਝ ਰਾਈਟਰ ਨੇ ਜਿਨ੍ਹਾਂ ਨੇ ਉਹਦਾ ਕ੍ਰਿਟਿਸਾਈਜ਼ ਕੀਤਾ, ਉਹਨਾਂ ਨੇ ਬੋਲਿਆ ਹੈ ਕਿ ਸੋਵਰੈਨਿਟੀ ਡਿਸਟ੍ਰੀਬਿਊਟ ਕੀਤੀ ਜਾਂਦੀ ਹੈ, ਹੁੰਦੀ ਵੀ ਹੈ ਸੋਵਰੈਨਿਟੀ ਡਿਸਟ੍ਰੀਬਿਊਟ, ਸਟੇਟ ਲੈਵਲ ਕੋਲ ਆਪਣੀ ਪਾਵਰ ਹੈ, ਸੈਂਟਰ ਲੈਵਲ ਕੋਲ ਆਪਣੀ ਪਾਵਰ ਹੈ, ਤੁਸੀਂ ਨਹੀਂ ਕਹਿ ਸਕਦੇ ਕਿ ਸਾਰੀਆਂ ਪਾਵਰ ਸਿਰਫ ਇੱਕੋ ਹੀ ਹਿਊਮਨ ਬੀਇੰਗ ਕੋਲ ਆ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਸੋ ਪਾਵਰ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਨੇ, ਪਾਵਰ ਕਿਸੇ ਇੱਕ ਹਿਊਮਨ ਬੀਇੰਗ ਦੇ ਕੋਲ ਨਹੀਂ ਹੁੰਦੀਆਂ, ਕਲੀਅਰ। ਉਸ ਤੋਂ ਬਾਅਦ ਹੈ ਯੂਨਿਟੀ। ਅਸੀਂ ਇਹ ਚੀਜ਼ ਕਵਾਂਗੇ ਕਿ ਜਿਹੜੀ ਸੋਵਰੈਨਿਟੀ ਹੈ ਨਾ ਉਹਦੇ ਵਿੱਚ ਯੂਨਿਟੀ ਹੈ। ਯੂਨਿਟੀ ਮਤਲਬ ਉਹ ਇੱਕ ਹੈ, ਠੀਕ ਹੈ। ਉਹ ਕਹਿੰਦੇ ਕਿਸੇ ਗਰੁੱਪ ਦੇ ਕੋਲ ਹੁੰਦੀ ਹੈ, ਜਿੱਦਾਂ ਮੰਨ ਲਓ ਕਾਂਗਰਸ ਦੀ ਗਵਰਨਮੈਂਟ ਹੈ, ਹੁਣ ਮੈਂ ਥੋੜੀ ਨਾ ਕਹੂੰਗੀ ਕਾਂਗਰਸ ਦੀ ਗਵਰਨਮੈਂਟ ਤੇ ਤਾਂ ਸਿਰਫ ਸੋਨੀਆ ਗਾਂਧੀ ਕੋਲ ਪਾਵਰ ਹੈ, ਨਹੀਂ, ਉਹਦੇ ਨਾਲ ਕੋਈ ਗਰੁੱਪ ਬਣਿਆ ਹੋਏਗਾ ਨਾ ਜਿਹਦੇ ਕੋਲ ਪਾਵਰ ਹੋਏਗੀ। ਸੋ ਇਸ ਤਰੀਕੇ ਦੇ ਨਾਲ ਸੋ ਕਹਿੰਦੇ ਅਸੀਂ ਇਹ ਚੀਜ਼ ਪੜ੍ਹੀ ਹੈਗੀ ਆ ਕਿ ਜਿਹੜੀ ਤੁਹਾਡੀ ਸੋਵਰੈਨਿਟੀ ਹੈ ਇਹ ਇਨਡਿਵਿਜ਼ੀਬਲ ਹੈ, ਇਹਨੂੰ ਵੰਡ ਦੇਣਾ ਇਹਦਾ ਖਤਮ ਹੋ ਜਾਣਾ ਹੈ, ਲੇਕਿਨ ਅਸੀਂ ਕਵਾਂਗੇ ਨਹੀਂ, ਅਗਰ ਤੁਸੀਂ ਇਸਨੂੰ ਕਿਸੇ ਨੂੰ ਦੇ ਵੀ ਦਿੰਦੇ ਹੋ ਨਾ ਪਾਵਰ ਨੂੰ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਜਿਹੜੀਆਂ ਪਾਵਰਸ ਨੇ ਉਹ ਖਤਮ ਹੋ ਗਈਆਂ, ਪਾਵਰ ਤੁਹਾਡੇ ਕੋਲ ਨਹੀਂ ਖਤਮ ਹੁੰਦੀਆਂ, ਠੀਕ ਹੈ ਨਾ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ ਇਨਪ੍ਰਿਸਕੇਬਿਲਿਟੀ, ਮਤਲਬ ਅਵਿਨਾਸ਼ਤਾ, ਠੀਕ ਹੈ। ਮਤਲਬ ਕਿ ਕਹਿੰਦੇ ਕਿ ਜਦੋਂ ਤੁਸੀਂ ਦੇਖਦੇ ਹੈਗੇ ਆ
ਪ੍ਰਭੂਸੱਤਾ ਕਹਿੰਦੇ ਟਾਈਮ ਟੂ ਟਾਈਮ ਜਦੋਂ ਸਮਾਂ ਚੇਂਜ ਹੋ ਜਾਂਦਾ ਵਾ ਉਦੋਂ ਖਤਮ ਹੋ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੁੰਦਾ, ਬਿਕੋਜ਼ ਕਹਿੰਦੇ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਕਿ ਜਿਹੜੀ ਮੰਨ ਲਓ ਕਿਸੇ ਏਰੀਆ ਦੇ ਵਿੱਚ ਹੁਣ ਕਾਫੀ ਲੌਂਗ ਟਾਈਮ ਤੋਂ ਕੋਈ ਪਰਸਨ ਰਹਿ ਹੀ ਨਹੀਂ ਰਿਹਾ, ਠੀਕ ਹੈ। ਕਹਿੰਦੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਹੈਗਾ ਹੁਣ ਉੱਥੇ ਅਗਰ ਕੋਈ ਨਹੀਂ ਰਿਹਾ ਹੈਗਾ, ਰਹਿ ਰਿਹਾ ਵਾ ਤੇ ਹੁਣ ਉਹਦੀ ਪ੍ਰਭੂਸੱਤਾ, ਉਸ ਸਟੇਟ ਦੀ ਪ੍ਰਭੂਸੱਤਾ ਖਤਮ ਕਰ ਦਿੱਤੀ ਜਾਵੇ। ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਹ ਜਿਹੜੀ ਸੋਵਰੈਨਿਟੀ ਹੈ ਨਾ, ਇਹ ਇੱਕ ਵਾਰ ਦੇ ਦਿੱਤੀ ਜਾਂਦੀ, ਇੱਕ ਵਾਰ ਦੇਣ ਤੋਂ ਬਾਅਦ ਇਹ ਕਦੇ ਖਤਮ ਨਹੀਂ ਹੁੰਦੀ। ਇਹ ਕੋਈ ਚੀਜ਼ ਨਹੀਂ ਹੈ, ਕੋਈ ਸਮਾਨ ਨਹੀਂ ਹੈ ਕਿ ਜਿਸ ਨੂੰ ਤੁਸੀਂ ਤੋੜ ਲਓ, ਜਿਸ ਨੂੰ ਤੁਸੀਂ ਖਤਮ ਕਰ ਲਓ, ਏਦਾਂ ਨਾ ਕੁਝ ਨਹੀਂ ਹੈ, ਠੀਕ ਹੈ। ਤੁਸੀਂ ਨਾ ਤਾਂ ਇਸਨੂੰ ਖਤਮ ਕਰ ਸਕਦੇ ਆ, ਨਾ ਤੁਸੀਂ ਇਸਨੂੰ ਤੋੜ ਸਕਦੇ ਆ, ਨਾ ਤੁਸੀਂ ਇਸਨੂੰ ਵੰਡ ਸਕਦੇ ਆ। ਕਹਿੰਦੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ, ਠੀਕ ਹੈ। ਉਸ ਤੋਂ ਬਾਅਦ ਹੈਗਾ ਤੁਹਾਡਾ ਆਂਦਾ ਲਿਖਿਆ ਹੋਏਗਾ ਨੈਕਸਟ ਜਿਹੜਾ ਕੁਐਸਚਨ ਹੈ, ਆਸਟਿਨ ਥਿਊਰੀ ਆਫ ਸੋਵਰੈਨਿਟੀ। ਦੇਖੋ ਆਸਟਿਨ ਦੀ ਥਿਊਰੀ ਨਾ ਇੰਪੋਰਟੈਂਟ ਬਹੁਤ ਹੈ। ਜਿੱਦਾਂ ਹੁਣ ਤੱਕ ਮੈਂ ਤੁਹਾਨੂੰ ਕਰਵਾਉਂਦੀ ਆ ਰਹੀ ਹਾਂ, ਪ੍ਰਭੂਸੱਤਾ ਵੰਡੀ ਜਾ ਸਕਦੀ ਹੈ, ਨਹੀਂ ਵੰਡੀ ਜਾ ਸਕਦੀ, ਡਿਸਟ੍ਰੀਬਿਊਟ ਕੀਤੀ ਜਾ ਸਕਦੀ ਹੈ, ਨਹੀਂ ਡਿਸਟ੍ਰੀਬਿਊਟ ਕੀਤੀ ਜਾ ਸਕਦੀ। ਤੋ ਜਿਹੜੇ ਆਸਟਿਨ ਨੇ ਆਪਣੀ ਥਿਊਰੀ ਦਿੱਤੀ ਹੈ ਨਾ, ਮੋਨੈਸਟਿਕ ਦੇ ਬੇਸ ਤੇ ਦਿੱਤੀ ਆ। ਮੋਨੈਸਟਿਕ ਮਤਲਬ ਏਕਾਧਿਕਾਰ, ਮੋਨੈਸਟਿਕ ਮਤਲਬ ਨਹੀਂ ਤਾਂ ਮਤਲਬ ਨਹੀਂ ਵੰਡਣਾ, ਠੀਕ ਹੈ। ਸੋ ਆਸਟਿਨ ਦੀ ਥਿਊਰੀ ਇਸ ਲਈ ਬਹੁਤ ਫੇਮਸ ਹੈ ਕਿਉਂਕਿ ਉਹ ਬਾਕੀ ਸਾਰੀਆਂ ਥਿਊਰੀਜ਼ ਤੋਂ ਅਲੱਗ ਨੇ। ਇਹਨੇ ਇਸ ਤਰ੍ਹਾਂ ਬੋਲ ਦਿੱਤਾ, ਕਲੀਅਰ ਹੀ ਕਰ ਦਿੱਤਾ, ਕਲੀਅਰ ਨਹੀਂ ਡਿਕਲੇਅਰ ਹੀ ਕਰ ਦਿੱਤਾ ਕਿ ਨਹੀਂ, ਸੋਵਰੈਨਿਟੀ ਡਿਸਟ੍ਰੀਬਿਊਟ ਨਹੀਂ ਕੀਤੀ ਜਾ ਸਕਦੀ। ਕਲੀਅਰ, ਚਲੋ ਕਰਦੇ ਹਾਂ। ਮੀਨਿੰਗ ਆਫ ਮੋਨੈਸਟਿਕ ਔਰ ਲੀਗਲ ਥਿਊਰੀ ਆਫ ਸੋਵਰੈਨਿਟੀ, ਕਿਉਂਕਿ ਕੁਐਸਚਨ ਤੁਹਾਨੂੰ ਦੋ ਤਰੀਕੇ ਨਾਲ ਆ ਸਕਦਾ ਵਾ। ਪਹਿਲਾ ਤਾਂ ਇਹ ਆ ਸਕਦਾ ਵਾ ਆਸਟਿਨ ਥਿਊਰੀ ਆਫ ਸੋਵਰੈਨਿਟੀ, ਠੀਕ ਹੈ। ਦੂਸਰੇ ਨੰਬਰ ਤੇ ਆ ਸਕਦਾ ਵਾ ਥਿਊਰੀ ਆਫ ਲੀਗਲ ਸੋਵਰੈਨਿਟੀ। ਅੱਛਾ, ਤੀਸਰੇ ਨੰਬਰ ਦੇ ਅਕੋਰਡਿੰਗ ਵੀ ਕੁਐਸਚਨ ਆ ਸਕਦਾ ਮੋਨਿਸਟਿਕ ਥਿਊਰੀ ਆਫ ਸੋਵਰੈਨਿਟੀ। ਮੋਨਿਸਟਿਕ ਦਾ ਮਤਲਬ ਕੀ ਹੁੰਦਾ ਹੈ? ਏਕਾਧਿਕਾਰ, ਯਾਨੀ ਕਿ ਏਕਾਵਾਦੀ। ਚਲੋ ਕਹਿੰਦੇ ਮੀਨਿੰਗ ਆਫ ਮੋਨੈਸਟਿਕ ਔਰ ਲੀਗਲ ਥਿਊਰੀ ਆਫ ਸੋਵਰੈਨਿਟੀ, ਪ੍ਰਭੂਸੱਤਾ ਦੇ ਏਕਾਵਾਦੀ ਜਾਂ ਕਾਨੂੰਨੀ ਸਿਧਾਂਤ ਦਾ ਅਰਥ। ਅਸੀਂ ਇਹ ਕਵਾਂਗੇ ਕਿ ਸੋਵਰੈਨਿਟੀ ਇੱਕ ਹੈ, ਇਹ ਸਟੇਟ ਦੇ ਕੋਲ ਹੈ, ਸਟੇਟ ਹੀ ਇਸ ਦਾ ਦਾਵਾ ਕਰਦਾ ਵਾ। ਸਟੇਟ ਦੇ ਕੋਲ ਰਹਿੰਦੀ ਹੋਈ ਚੀਜ਼ ਨੂੰ ਤੁਸੀਂ ਕਦੇ ਵੀ ਡਿਸਟ੍ਰੀਬਿਊਟ ਨਹੀਂ ਕਰ ਸਕਦੇ, ਕੋਈ ਹੋਰ ਹਿਊਮਨ ਬੀਇੰਗ ਇਸ ਨੂੰ ਯੂਜ਼ ਨਹੀਂ ਕਰ ਸਕਦਾ। ਸਟੇਟ ਹੀ ਰੂਲ ਬਣਾਉਂਦੀ ਹੈ, ਸਟੇਟ ਹੀ ਉਸ ਰੂਲ ਨੂੰ ਤੁਹਾਡੇ ਤੇ ਇੰਪਲੀਮੈਂਟ ਕਰਦੀ ਆ। ਬਹੁਤ ਵਾਰ ਸਟੇਟ ਜਦੋਂ ਰੂਲ ਬਣਾਉਂਦੀ ਹੈ ਤੁਹਾਡੇ ਅਕੋਰਡਿੰਗ ਨਹੀਂ ਹੁੰਦੇ, ਠੀਕ ਹੈ, ਅਕੋਰਡਿੰਗ ਟੂ ਪੀਪਲ ਨਹੀਂ ਹੁੰਦੇ। ਜਿੱਦਾਂ ਹੁਣ ਫੋਰ ਐਗਜ਼ਾਮਪਲ ਦੇ ਤੌਰ ਤੇ ਕਿਸਾਨਾਂ ਲਈ ਲਾਅ ਬਣਿਆ, ਇਹ ਹੈਗਾ ਲੋਕਾਂ ਦੇ ਅਕੋਰਡਿੰਗ ਨਹੀਂ, ਲੇਕਿਨ ਸਟੇਟ ਦੇ ਕੋਲ ਤਾਂ ਜੀ ਸੋਵਰੈਨਿਟੀ ਹੈ, ਸਟੇਟ ਤਾਂ ਜਿਹੜੇ ਰੂਲ ਬਣਾਏਗੀ ਤੁਹਾਨੂੰ ਮੰਨਣਾ ਹੀ ਪੈਣਾ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇਹ ਚੀਜ਼ਾਂ ਲਿਖ ਸਕਦੇ ਹੋ, ਕਿਉਂਕਿ ਸਟੇਟ ਦੇ ਕੋਲ ਪਾਵਰ ਹੈ। ਬਹੁਤ ਵਾਰੀ ਇਦਾਂ ਦੇ ਵੀ ਰੂਲ ਬਣਾ ਦਿੰਦੀ ਹੈ ਜਿਹੜੇ ਆਮ ਲੋਕਾਂ ਨੂੰ ਪਸੰਦ ਹੀ ਨਹੀਂ ਹੁੰਦੇ, ਲੇਕਿਨ ਉਹਨਾਂ ਨੂੰ ਮੰਨਣੇ ਪੈਂਦੇ ਆ ਕਿਉਂਕਿ ਵੀ ਸਟੇਟ ਦੇ ਕੋਲ ਪਾਵਰ ਹੈ। ਤੁਸੀਂ ਸਟੇਟ ਦੇ ਵਿਰੁੱਧ ਜਾਓਗੇ ਤੁਹਾਨੂੰ ਪਨਿਸ਼ਮੈਂਟ ਮਿਲੇਗੀ। ਤੇ ਸਟੇਟ ਇਹ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਇਹਦੇ ਵਿੱਚ ਪਾਵਰ ਨੂੰ ਡਿਸਟ੍ਰੀਬਿਊਟ ਨਹੀਂ ਕਰ ਸਕਦੇ। ਜਿਵੇਂ ਮੈਂ ਕਹਿ ਦਵਾਂ ਮੈਂ ਥੋੜੀਆਂ ਜਿਹਾ ਪਾਵਰ ਕਿਸੇ ਗਰੁੱਪ ਨੂੰ ਦੇ ਦਿੰਨੀ ਆ, ਥੋੜੀਆਂ ਜਿਹੀਆਂ ਮੈਂ ਕੋਰਟ ਨੂੰ ਦੇ ਦਿੰਨੀ ਆ, ਥੋੜੀਆਂ ਜਿਹਾ ਮੈਂ ਲੈਜਿਸਲੇਚਰ ਨੂੰ ਦੇ ਦਿੰਨੀ ਆ, ਠੀਕ ਹੈ। ਇਸ ਤਰ੍ਹਾਂ ਦਾ ਕੁਝ ਹੈ ਹੀ ਨਹੀਂ, ਪਾਵਰ ਕਹਿੰਦੇ ਵੰਡੀਆਂ ਹੀ ਨਹੀਂ ਹੈ। ਉਸ ਤਰ੍ਹਾਂ ਮੈਂ ਤੁਹਾਨੂੰ ਹਮੇਸ਼ਾ ਇੱਕ ਚੀਜ਼ ਪੜ੍ਹਾਈ ਹੈ ਕਿ ਪਾਵਰ ਡਿਸਟ੍ਰੀਬਿਊਟ ਨੇ, ਲੈਜਿਸਲੇਚਰ ਕੋਲ ਆਪਣੀਆਂ ਪਾਵਰ ਨੇ, ਐਗਜ਼ੀਕਿਊਟਿਵ ਕੋਲ ਆਪਣੀਆਂ ਪਾਵਰ ਨੇ, ਜੁਡੀਸ਼ਰੀ ਸਿਸਟਮ ਦੇ ਕੋਲ ਆਪਣੀਆਂ ਪਾਵਰ ਨੇ, ਯਾਨੀ ਕਿ ਕਾਰਜਪਾਲਿਕਾ ਕੋਲ ਆਪਣੀਆਂ, ਵਿਧਾਨਪਾਲਿਕਾ ਕੋਲ ਆਪਣੀਆਂ, ਨਿਆਂਪਾਲਿਕਾ ਕੋਲ ਆਪਣੀਆਂ। ਮੈਂ ਏਦਾਂ ਪੜ੍ਹਾਉਂਦੀ ਹਾਂ, ਲੇਕਿਨ ਹੁਣ ਮੈਂ ਟੋਟਲੀ ਥਿਊਰੀ ਚੇਂਜ ਕਰਤੀ ਕਿਉਂਕਿ ਮੈਂ ਆਸਟਿਨ ਇੱਕ ਰਾਈਟਰ ਨੇ ਜਿਹਦੀ ਥਿਊਰੀ ਮੈਂ ਦੇ ਰਹੀ ਹਾਂ ਇਸ टाइम, ठीक है। तो मैंने तो थ्योरी चेंज करती कि नहीं जी पावर तो है ही नहीं है किसी को, पावर तो जस्ट एक स्टेट दे कोल। सो 19th सेंचुरी ਦੇ ਵਿੱਚ ਕਹਿੰਦੇ ਇੱਕ ਬਹੁਤ ਫੇਮਸ ਰਾਈਟਰ ਨੇ ਜੌਨ ਆਸਟਿਨ, ਜਿਨ੍ਹਾਂ ਨੇ ਆਪਣੀ ਮੋਨੈਸਟਿਕ ਐਂਡ ਲੀਗਲ ਥਿਊਰੀ ਦਿੱਤੀ ਹੈ। ਚਲੋ ਐਕਸਪਲੇਨੇਸ਼ਨਸ ਆਫ ਆਸਟਿਨ ਥਿਊਰੀ ਆਫ ਸੋਵਰੈਨਿਟੀ, ਯਾਨੀ ਕਿ ਆਸਟਿਨ ਦੇ ਪ੍ਰਭੂਸੱਤਾ ਦੇ ਸਿਧਾਂਤ ਦੀ ਵਿਆਖਿਆ। ਆਸਟਿਨ ਦੀ ਥਿਊਰੀ ਕਰਦੇ ਆ, ਕਹਿੰਦੇ 19th ਸੈਂਚੁਰੀ ਦੇ ਫੇਮਸ ਇੰਗਲਿਸ਼ ਲੀਗਲ ਫਿਲਾਸਫਰ ਰਹੇ ਨੇ, ਜਿਨ੍ਹਾਂ ਨੇ ਜੂਰਿਸਪ੍ਰੂਡੈਂਸ ਮਤਲਬ ਕਿ ਨਿਆਂ ਸ਼ਾਸਤਰ ਦੇ ਪ੍ਰੋਫੈਸਰ ਰਹੇ ਨੇ। 1832 ਦੇ ਵਿੱਚ ਇਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸੀ, ਪੰਜਾਬੀ ਚ ਉਸ ਬੁੱਕ ਦਾ ਨਾਮ ਸੀ ਕਾਨੂੰਨ ਸ਼ਾਸਤਰ ਤੇ ਭਾਸ਼ਣ, ਤੇ ਇੰਗਲਿਸ਼ ਚ ਬੁੱਕ ਦਾ ਨਾਮ ਸੀਗਾ ਲੈਕਚਰ ਔਨ ਦਾ ਜੂਰਿਸਪ੍ਰੂਡੈਂਸ, ਠੀਕ ਹੈ। ਕਹਿੰਦੇ ਪਰ ਯਾਦ ਰਹੇ
ਕਿ ਆਸਟਿਨ ਨੇ ਜਿਹੜਾ ਪ੍ਰਭੂ ਸੱਤਾ ਦਾ ਸਿਧਾਂਤ ਦਿੱਤਾ, ਮਤਲਬ ਸੋਵਰੈਨਿਟੀ ਦੀ ਜਿਹੜੀ ਥਿਊਰੀ ਦਿੱਤੀ ਆ, ਇਹ ਇਸ ਥਿਊਰੀ ਦੇ ਇੱਕ ਫਰਸਟ ਪਰਸਨ ਨਹੀਂ ਹੈ ਜਿਹਨੂੰ ਮੈਂ ਕਹਿ ਦੇਵਾਂ ਕਿ ਫਰਸਟ ਟਾਈਮ ਆਸਟਿਨ ਨੇ ਸੋਵਰੈਨਿਟੀ ਦੀ ਥਿਊਰੀ ਦਿੱਤੀ ਸੀ, ਨਹੀਂ। ਹੌਬਸ, ਬੈਂਥਮ, ਠੀਕ ਹੈ, ਇਹਨਾਂ ਨੇ ਵੀ ਆਪਣੀ ਥਿਊਰੀਜ਼ ਦੇ ਵਿੱਚ ਪ੍ਰਭੂ ਸੱਤਾ ਮਤਲਬ ਸੋਵਰੈਨਿਟੀ ਦਾ ਕਿਤੇ ਨਾ ਕਿਤੇ ਜ਼ਿਕਰ ਕੀਤਾ ਹੈ। ਹੌਬਸ ਨੇ ਤਾਂ ਆਪਣੀ ਬੁੱਕ ਲਿਖੀ ਸੀ ਲਿਵਿਅਨਥਨ, ਉਹਨਾਂ ਨੇ ਵੀ ਸੇਮ ਇੱਕ ਡਿਕਟੇਟਰਸ਼ਿਪ ਵਾਲੀ ਸੋਵਰੈਨਿਟੀ ਨੂੰ ਉਹਨਾਂ ਨੇ ਉੱਥੇ ਐਕਸਪਲੇਨ ਕੀਤਾ ਸੀ। ਆਸਟਿਨ ਨੇ ਕਹਿੰਦੇ ਆਪਣੀ ਥਿਊਰੀ ਦੇ ਵਿੱਚ ਇੱਕ ਲੀਗਲ ਕਨਸੈਪਟ ਦਿੱਤਾ ਹੈ, ਜਿਹਦੇ ਵਿੱਚ ਉਹਨੇ ਬੋਲਿਆ ਕਿ ਸੋਵਰੈਨਿਟੀ ਦਾ ਮਤਲਬ ਹੈ ਕਿ ਆਪਣੇ ਤੋਂ ਡਾਊਨ ਪਰਸਨ ਨੂੰ ਕੋਈ ਵੀ ਤਰ੍ਹਾਂ ਦੇ ਰੂਲ ਦੇ ਦੇਣਾ ਤੇ ਉਹਨੂੰ ਰੂਲ ਮੰਨਣ ਦੇ ਲਈ ਪੂਰੀ ਤਰ੍ਹਾਂ ਕਹਿ ਲਓ ਕਿ ਐਮਫਸਾਈਜ਼ ਕਰ ਦੇਣਾ, ਜ਼ੋਰ ਦੇ ਦੇਣਾ ਕਿ ਨਹੀਂ ਮੇਰੇ ਰੂਲ ਤੂੰ ਮੰਨਣੇ ਹੀ ਮੰਨਣੇ ਆ। ਅਗਰ ਸਿੰਪਲ ਲੈਂਗੁਏਜ ਦੇ ਵਿੱਚ ਕਵਾਂ ਤਾਂ ਆਪਣੇ ਨੂੰ ਨੀਵੇਂ ਤੋਂ ਦਿੱਤਾ ਗਿਆ ਹੁਕਮ ਹੀ ਸੋਵਰੈਨਿਟੀ ਹੈ। ਜਿੱਦਾਂ ਮੈਂ ਤੁਹਾਨੂੰ ਬੋਲ ਦਿੰਦੀ ਹਾਂ ਕਿ ਨਹੀਂ ਅੱਜ 8:30 ਲਗਾਓ, ਅੱਜ 9 ਵਜੇ ਕਲਾਸ ਲਗਾਓ, ਤੁਸੀਂ ਲੋਕ ਥੋੜਾ ਬਹੁਤਾ ਕ੍ਰਿਟੀਸਾਈਜ਼ ਤਾਂ ਕਰਦੇ ਹੋ ਜਿੱਦਾਂ ਗਵਰਨਮੈਂਟ ਦੇ ਲੋਕ ਕਰਦੇ ਆ, ਮੰਨਣੀ ਕਿਹਦੀ ਆ, ਐਂਡ ਤੇ ਤਾਂ ਮੇਰੀ ਮੰਨਣੀ ਹੈ ਨਾ। ਸੋ ਸੇਮ ਉਹੀ ਚੀਜ਼ਾਂ ਹੈ ਨਾ। ਸੋ ਹੈਗਾ ਆਸਟਿਨ ਡੈਫੀਨੇਸ਼ਨਸ ਆਫ ਸੋਵਰੈਨਿਟੀ। ਆਸਟਿਨ ਦੇ ਅਕੋਰਡਿੰਗ ਡੈਫੀਨੇਸ਼ਨ ਜੋ ਦੋ ਜੀ ਸੋਵਰੈਨਿਟੀ ਦੀ। ਫਰਸਟ ਹੈ ਜੀ ਕਿ ਜੇਕਰ ਇੱਕ ਨਿਸ਼ਚਿਤ ਸਰਵਉੱਚ ਵਿਅਕਤੀ ਜੋ ਆਪਣੇ ਜਿਹੇ ਹੀ ਹੋਰ ਚੰਗਿਆਂ ਦੀ ਆਗਿਆ ਦਾ ਪਾਲਣ ਕਰਨ ਦਾ ਆਦੀ ਨਾ ਹੋਵੇ, ਹੈ ਨਾ, ਤੋ ਕਹਿੰਦੇ ਉਸ ਦਿੱਤੇ ਹੋਏ ਸਮਾਜ ਦਾ ਬਹੁਤ ਵੱਡਾ ਹਿੱਸਾ ਲੇਕਿਨ ਉਹਦੀ ਪਾਲਣਾ ਕਰ ਰਿਹਾ ਵਾ। ਸਿੰਪਲ ਲੈਂਗੁਏਜ ਚ ਦੱਸਦੇ ਹਾਂ, ਮੰਨ ਲਓ ਕਿ ਕਹਿੰਦੇ ਕਿ ਇੱਕ ਹਿਊਮਨ ਬੀਇੰਗ ਹੈ ਜਿਹੜਾ ਚਾਹੁੰਦਾ ਹੈ ਕਿ ਨਹੀਂ ਮੈਂ ਨਹੀਂ ਕਿਸੇ ਦੇ ਰੂਲ ਮੰਨਣੇ, ਲੇਕਿਨ ਸਿਰਫ ਇੱਕ ਚਾਹ ਰਿਹਾ ਹੈ ਨਾ, ਬਾਕੀ ਬਹੁਤ ਵੱਡਾ ਹਿੱਸਾ, ਬਹੁਤ ਵੱਡਾ ਗਰੁੱਪ ਪਾਲਣਾ ਕਰ ਰਿਹਾ ਹੈ ਨਾ ਰੂਲ ਦੀ, ਉਹੀ ਅਸਲੀ ਸੋਵਰੈਨਿਟੀ ਹੈ, ਜਿਹਦੇ ਵਿੱਚ ਤੁਹਾਡੇ ਕੋਲ ਰੀਅਲ ਬੇਸਿਸ ਦੇ ਉੱਤੇ ਰੂਲ ਮਨਵਾਏ ਜਾਂਦੇ ਨੇ। ਸੰਖੇਪ ਦੇ ਵਿੱਚ ਕਹਿੰਦੇ ਜੇ ਅਸੀਂ ਕਹੀਏ ਤਾਂ ਸਵਤੰਤਰਤਾ ਰਾਜਨੀਤਿਕ ਸਮਾਜ ਦੇ ਵਿੱਚ ਕੋਈ ਅਜਿਹਾ ਨਿਸ਼ਚਿਤ ਵਿਅਕਤੀ ਜਾਂ ਸਮੂਹ, ਮਤਲਬ ਸੋਵਰੈਨਿਟੀ ਉਹ ਹੈ ਜਿਹੜੀ ਕਿ ਕਿਸੇ ਇੱਕ ਹਿਊਮਨ ਬੀਇੰਗ ਦੇ ਕੋਲ ਹੁੰਦੀ ਹੈ। ਜੇ ਇੱਕ ਹਿਊਮਨ ਬੀਇੰਗ ਦੇ ਕੋਲ ਨਹੀਂ ਹੈਗੀ ਤਾਂ ਮੰਨ ਲਓ ਕਿ ਉਹ ਕਿਸੇ ਗਰੁੱਪ ਦੇ ਕੋਲ ਹੋਏਗੀ, ਲੇਕਿਨ ਸੋਵਰੈਨਿਟੀ ਤੋਂ ਹੁੰਦੀ ਹੈ। ਠੀਕ ਹੈ, ਸੋਵਰੈਨਿਟੀ ਤੋਂ ਏਦਾਂ ਦਾ ਪਾਰਟ ਹੈ ਜਿਹੜਾ ਕਿ ਹਰ ਕਿਸੇ ਦੇ ਕੋਲ ਹੁੰਦਾ ਹੈ, ਚਾਹੇ ਉਹ ਕੋਈ ਗਰੁੱਪ ਹੈ ਤੇ ਚਾਹੇ ਕਹਿੰਦੇ ਕਿ ਉਹ ਕੋਈ ਇੱਕ ਇਕੱਲਾ ਹਿਊਮਨ ਬੀਇੰਗ ਹੈ, ਸੋਵਰੈਨਿਟੀ ਤੋਂ ਹੋਏਗੀ। ਠੀਕ ਹੈ, ਚਲੋ ਹੁਣ ਅਸੀਂ ਕਰਨੇ ਆ ਐਨਾਲਾਈਸਿਸ ਐਂਡ ਕਰੈਕਟਰਿਸਟਿਕਸ ਆਫ ਆਸਟਿਨ ਥਿਊਰੀ ਆਫ ਸੋਵਰੈਨਿਟੀ। ਮਤਲਬ ਕਿ ਸੋਵਰੈਨਿਟੀ ਦੇ ਬੇਸਿਸ ਦੇ ਉੱਤੇ ਜਿਹੜੀ ਥਿਊਰੀ ਦਿੱਤੀ ਗਈ ਹੈ, ਕਹਿੰਦੇ ਹੁਣ ਅਸੀਂ ਉਹਦਾ ਕੀ ਕਰਨਾ ਹੈ, ਵਿਸ਼ਲੇਸ਼ਣ, ਮਤਲਬ ਕਿ ਉਸਨੂੰ ਅਸੀਂ ਐਕਸਪਲੇਨ ਕਰਨਾ ਹੈ। Sovereignty is the essential element of the state। ਕਹਿੰਦੇ ਜੋ sovereignty ਹੈ, sovereignty ਇੱਕ ਮੇਨ ਪਾਰਟ ਹੈ ਸਟੇਟ ਦਾ। ਠੀਕ ਹੈ, sovereignty ਕੀ ਹੈ, sovereignty ਇੱਕ ਮੇਨ ਪਾਰਟ ਹੈ ਸਟੇਟ ਦਾ। ਸਟੇਟ ਦੇ ਕੋਲ sovereignty ਹੋਏਗੀ ਹੀ ਹੋਏਗੀ। ਉਸ ਤੋਂ ਬਾਅਦ ਹੈ sovereignty in the state must be the determinate, ਮਤਲਬ ਰਾਜ ਵਿੱਚ ਪ੍ਰਭੂ ਦਾ ਨਿਸ਼ਚਿਤ ਹੋਣਾ ਲਾਜ਼ਮੀ ਹੈ। ਕਹਿੰਦੇ ਸਟੇਟ ਦੇ ਵਿੱਚ ਤਾਂ sovereignty ਹੋਏਗੀ ਹੋਏਗੀ, ਠੀਕ ਹੈ, ਇਹਦਾ ਹੋਣਾ ਜ਼ਰੂਰੀ ਵੀ ਹੈ, ਕਿਉਂਕਿ ਕਹਿੰਦੇ ਕਿ sovereignty ਤਾਂ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਾਂ ਤਾਂ ਸਿਰਫ ਉਹ ਇੱਕ ਹਿਊਮਨ ਬੀਇੰਗ ਤੋਂ ਕੋਲ ਹੋਏਗੀ, ਜਿੱਦਾਂ ਹੁਣ ਸਾਡੇ ਨਰਿੰਦਰ ਮੋਦੀ ਜੀ ਨੇ, ਸੋਵਰੈਨਿਟੀ ਕੀ ਹੈ, ਟੋਟਲੀ ਉਹਨਾਂ ਦੇ ਕੋਲ ਹੈ ਨਾ, ਕੋਈ ਵੀ ਰੂਲ ਬਣਾ ਦਿੰਦੇ ਨੇ ਜੀ, ਸਾਨੂੰ ਫੋਲੋ ਕਰਨੇ ਹੀ ਪੈਂਦੇ ਨੇ, ਰੋ ਕੇ ਕਰੋ ਹੱਸ ਕੇ ਕਰੋ, ਰੂਲ ਨੇ ਫੋਲੋ ਤਾਂ ਕਰਨੇ ਪੈਣੇ ਹੀ ਨੇ, ਹੈ ਨਾ। ਸੋ ਇਸ ਤਰ੍ਹਾਂ ਤੋਂ ਕਹਿੰਦੇ ਸੋਵਰੈਨਿਟੀ ਕਿਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਬਣਾਏ ਹੋਏ ਰੂਲਸ ਨੂੰ ਫੋਲੋ ਕਰਨਾ ਹੀ ਪੈਂਦਾ ਵਾ। ਸੋ ਕਹਿੰਦੇ ਇਸ ਲਈ ਆਸਟਿਨ ਦੀ ਜਿਹੜੀ ਥਿਊਰੀ ਹੈਗੀ ਆ, ਅਸੀਂ ਉਹਦੇ ਵਿੱਚ ਆਸਟਿਨ ਨੇ ਨਾ ਆਪਣੀ ਥਿਊਰੀ ਦੇ ਵਿੱਚ ਇਹ ਵੀ ਕਿਹਾ ਸੀ ਕਿ ਸੋਵਰੈਨਿਟੀ ਇੱਕ ਪਪੂਲਰ ਸੋਵਰੈਨਿਟੀ ਆ। ਕਹਿੰਦੇ ਜੇ ਐਨੀ ਵੀ ਪਪੂਲਰ ਦਾ ਮਤਲਬ ਇਹ ਨਾ ਸੋਚੋ ਬਹੁਤ ਫੇਮਸ ਹੋਣਾ, ਪਪੂਲਰ ਦਾ ਮਤਲਬ ਹੁੰਦਾ ਹੈ ਜਦੋਂ ਲੋਕ ਵੀ ਐਕਸੈਪਟ ਕਰਨ। ਕਹਿੰਦੇ ਪਰ ਇਹਦੇ ਵਿੱਚ ਲੋਕ ਐਕਸੈਪਟ ਕਰਦੇ ਆ ਨਹੀਂ ਕਰਦੇ ਮੈਟਰ ਹੀ ਨਹੀਂ ਕਰਦਾ, ਜੋ ਰੂਲ ਬਣਨਾ ਹੈ ਉਹ ਤਾਂ ਬਣ ਕੇ ਹੀ ਰਹਿਣਾ ਹੈ ਨਾ। ਜਿੱਦਾਂ ਹੁਣ ਮੈਂ ਤੁਹਾਨੂੰ ਆਲਰੇਡੀ ਇੱਕ ਐਗਜ਼ਾਮਪਲ ਦਿੱਤੀ, ਹੁਣ ਫਾਰਮਰ ਦੇ ਲਈ ਲਾਅ ਬਣਿਆ ਵਾ, ਕਿਸੇ ਨੂੰ ਪਸੰਦ ਹੈ ਨਹੀਂ, ਪਰ ਜੀ ਸੋਵਰੈਨਿਟੀ ਹੈ ਗਵਰਨਮੈਂਟ ਦੇ ਕੋਲ, ਉਹ ਤਾਂ ਰੂਲ ਬਣਾਏਗੀ, ਤੁਹਾਨੂੰ ਪਸੰਦ ਹੈ ਨਹੀਂ ਪਸੰਦ ਤੁਹਾਨੂੰ ਤਾਂ ਮੰਨਣੇ ਹੀ ਪੈਣੇ ਨੇ।
ਉਸ ਤੋਂ ਬਾਅਦ ਆ ਜਾਂਦਾ ਹੈ ਕਹਿੰਦੇ ਸੋਵਰੈਨਿਟੀ ਇਜ਼ ਅਨਲਿਮਿਟਿਡ। ਕਹਿੰਦੇ ਪ੍ਰਭੂ ਸੱਤਾ ਅਸੀਮਤ ਹੁੰਦੀ ਹੈ। ਮਤਲਬ ਕਹਿੰਦੇ ਆਸਟਿਨ ਨੇ ਆਪਣੀ ਥਿਊਰੀ, ਆਸਟਿਨ ਇੱਕ ਰਾਈਟਰ ਨੇ ਜਿਨ੍ਹਾਂ ਨੇ ਆਪਣੀ ਥਿਊਰੀ ਦੇ ਵਿੱਚ ਕਿਹਾ ਵਾ ਕਿ ਜਿਹੜੀ ਸੋਵਰੈਨਿਟੀ ਹੈ ਇਹ ਖੁਦ ਨਹੀਂ ਕਿਸੇ ਦੇ ਹੁਕਮ ਨੂੰ ਫੋਲੋ ਕਰਦੀ। ਹੁਣ ਮੈਂ ਕਹਿ ਦੇਵਾਂ ਜਾ ਕੇ ਮੋਦੀ ਜੀ ਤੁਸੀਂ ਆਹ ਰੂਲ ਮੰਨ ਲਓ, ਮੰਨੇਗਾ? ਨਹੀਂ ਮੰਨੇਗਾ ਵੀ, ਕਿਉਂਕਿ ਜਿਹੜਾ ਹੁਕਮ ਦੇ ਰਿਹਾ ਹੈ ਨਾ ਉਹ ਕਿਸੇ ਦੇ ਹੁਕਮ ਨੂੰ ਨਹੀਂ ਮੰਨੇਗਾ। ਠੀਕ ਹੈ, ਉਹ ਪੂਰਾ ਫਰੀडम ਦੇ ਵਿੱਚ ਹੈ, ਉਹ ਤੇ ਕੋਈ ਰੂਲ ਨਹੀਂ ਲਾਗੂ ਹੋ ਰਿਹਾ। ਠੀਕ ਹੈ, ਤੇ ਨਾ ਹੀ ਕਹਿੰਦਾ ਉਹ ਕਿਸੇ ਦੇ ਰੂਲ ਮੰਨਣ ਦੇ ਲਈ ਪਾਬੰਦ ਹੈ। ਉਸਨੂੰ ਐਮਫੈਸਾਈਜ਼ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਦੇ ਉੱਤੇ, ਉਸਨੂੰ ਜ਼ੋਰ ਨਹੀਂ ਦਿੱਤਾ ਜਾ ਸਕਦਾ ਇਸ ਚੀਜ਼ ਦੇ ਉੱਤੇ ਕਿ ਉਹ ਇਸ ਚੀਜ਼ ਨੂੰ ਮੰਨੇ, ਕਿਉਂਕਿ ਨਹੀਂ, ਜੋ ਰੂਲ ਬਣਾਉਂਦਾ ਹੈ ਉਹ ਰੂਲ ਨੂੰ ਫੋਲੋ ਨਹੀਂ ਕਰਦਾ। ਕਲੀਅਰ? ਉਸ ਤੋਂ ਬਾਅਦ receive habitual obedience from the book of society। ਕਹਿੰਦੇ ਵਧੇਰੇ ਲੋਕ ਆਦਤ ਕਰਕੇ ਪ੍ਰਭੂ ਸੱਤਾ ਦੇ ਹੁਕਮ ਦੀ ਪਾਲਣਾ ਕਰਦੇ ਨੇ। ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਆਪਣੇ ਵਰਗੇ, ਜਿਹੜਾ ਮਤਲਬ ਜੋ ਕਹਿ ਦਿੱਤਾ ਸੋਸਾਇਟੀ ਨੇ ਬਿਨਾਂ ਕਿਸੇ ਨਾ ਕੀਤੇ ਚੁੱਪਚਾਪ ਉਸਨੂੰ ਐਕਸੈਪਟ ਕਰ ਲੈਣਾ, ਉਹਨੂੰ ਕਹਿੰਦੇ ਓਬੀਡੈਂਸ ਪੀਪਲ। ਠੀਕ ਹੈ, ਮਤਲਬ ਬਿਨਾਂ ਕਿਸੇ ਬੰਧਨ ਦੇ, ਬਿਨਾਂ ਕਿਸੇ ਰੋਕ ਟੋਕ ਦੇ ਜੋ ਵੀ ਰੂਲ ਬਣਦਾ ਹੈ ਉਸਨੂੰ ਐਕਸੈਪਟ ਕਰ ਲਓ। ਮੂੰਹ ਤੇ ਕਵਰ ਪਾਉਣ ਨੂੰ ਕਿਹਾ ਵਾ ਪਾ ਲਓ, ਹੈਲਮਟ ਲੈਣ ਨੂੰ ਕਿਹਾ ਲੈ ਲਓ, ਕੋਈ ਕ੍ਰਿਟੀਸਾਈਜ਼ ਨਹੀਂ ਗਵਰਨਮੈਂਟ ਦਾ। ਰੂਲ ਗਵਰਨਮੈਂਟ ਨੇ ਬਣਾਤਾ ਐਕਸੈਪਟ ਕਰ ਲਓ, ਕਿਸਾਨਾਂ ਲਈ ਰੂਲ ਹੈਗਾ ਐਕਸੈਪਟ ਕਰ ਲਓ, ਮਤਲਬ ਕੋਈ ਕ੍ਰਿਟੀਸਾਈਜ਼ ਨਹੀਂ ਕਰਨਾ। ਸੋਸਾਇਟੀ ਦੇ ਕਹਿੰਦੇ ਕੁਝ ਪਰਸਨ ਏਦਾਂ ਦੇ ਵੀ ਹੁੰਦੇ ਨੇ ਜਸਟ ਜਿਹੜੇ ਮਤਲਬ ਬਿਨਾਂ ਕਿਸੇ ਰੋਕ ਟੋਕ ਦੇ ਬੜੇ ਆਰਾਮ ਦੇ ਨਾਲ ਹਰੇਕ ਚੀਜ਼ ਨੂੰ ਐਕਸੈਪਟ ਕਰਦੇ ਰਹਿੰਦੇ ਨੇ। ਕਲੀਅਰ? ਉਸ ਤੋਂ ਬਾਅਦ ਤੁਹਾਡਾ ਹੈਗਾ ਵਾ sovereign is only the source of law। ਕਹਿੰਦੇ ਪ੍ਰਭੂ ਹੀ ਕਾਨੂੰਨ ਦਾ ਸੋਮਾ ਹੈ। ਮਤਲਬ ਕਹਿੰਦੇ ਸੋਵਰੈਨਿਟੀ ਹੀ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਰੂਲ ਬਣਾਉਂਦੀ ਹੈ। ਠੀਕ ਹੈ, ਤੇ ਕਹਿੰਦੇ ਕਿ ਜਦੋਂ ਇਹ ਰੂਲ ਬਣਾਉਂਦੀ ਹੈ ਤੇ ਰੂਲ ਨੂੰ ਬਣਾਉਣ ਦਾ ਇੱਕੋ ਇੱਕ ਸਾਧਨ ਵੀ ਸੋਵਰੈਨਿਟੀ ਹੈ। ਹਾਂ ਕਹਿੰਦੇ ਜ਼ਰੂਰ ਮਤਲਬ ਰੂਲ ਨੂੰ ਬਣਾਉਂਦੇ ਟਾਈਮ ਹੋ ਸਕਦਾ ਹੈ ਕਿ ਇਹ ਤੁਹਾਡੇ ਰੀਤੀ ਰਿਵਾਜ ਹੈਗੇ ਨੇ ਜੋ, ਠੀਕ ਹੈ, ਕਨਵੈਨਸ਼ਨ ਜਿਹੜੀਆਂ ਹੈਗੀਆਂ ਨੇ ਉਹਦੇ ਅਕੋਰਡਿੰਗ ਰੂਲ ਬਣਾ ਦੇਵੇ, ਮੋਰੈਲਿਟੀ ਦੇ ਬੇਸਿਸ ਦੇ ਉੱਤੇ ਰੂਲ ਬਣਾ ਦੇ, ਪਰ ਕਹਿੰਦੇ ਇਹ ਚੀਜ਼ਾਂ ਜ਼ਰੂਰੀ ਵੀ ਤਾਂ ਨਹੀਂ। ਹੋ ਸਕਦਾ ਉਹ ਇਹਨਾਂ ਦੇ ਅਕੋਰਡਿੰਗ ਰੂਲ ਬਣਾਏ ਹੀ ਨਾ। ਠੀਕ ਹੈ ਨਾ, ਸੋ ਅਸੀਂ ਇਹ ਨਹੀਂ ਕਵਾਂਗੇ ਕਿ ਜੋ ਵੀ ਰੂਲ ਬਣੇਗਾ ਵਾਕਈ ਉਹ ਸਾਡੇ ਅਕੋਰਡਿੰਗ ਬਣੇਗਾ ਜਾਂ ਕੁਛ ਵੀ ਨਹੀਂ, ਹੋ ਸਕਦਾ ਉਹ ਤੁਹਾਡੇ ਅਗੇਂਸਟ ਵੀ ਬਣ ਜਾਵੇ। ਕਹਿੰਦੇ ਸੋਵਰੈਨਿਟੀ ਇਜ਼ ਇਨਡਿਵਿਜ਼ਬਲ। ਸੇਮ ਪੁਆਇੰਟ ਆ ਗਿਆ, ਇਨਡਿਵਿਜ਼ਬਲ। ਕਹਿੰਦੇ ਸੋਵਰੈਨਿਟੀ ਨੂੰ ਵੰਡਿਆ ਨਹੀਂ ਜਾ ਸਕਦਾ। ਅਗਰ ਤੁਸੀਂ ਵੰਡ ਦਿੰਦੇ ਹੋ ਮਤਲਬ ਸੋਵਰੈਨਿਟੀ ਨੂੰ ਡਿਸਟ੍ਰੀਬਿਊਟ ਕਰ ਦਿੰਦੇ ਹੋ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਸਟੇਟ ਦੀ ਜਾਂ ਫਿਰ ਉਸ ਹਿਊਮਨ ਬੀਇੰਗ ਦੀ ਰੈਪੂਟੇਸ਼ਨ ਖਰਾਬ ਕਰ ਦਿੱਤੀ, ਤੁਸੀਂ ਉਸਨੂੰ ਖਤਮ ਕਰ ਦਿੱਤਾ। ਸੋਵਰੈਨਿਟੀ ਨੂੰ ਡਿਸਟ੍ਰੀਬਿਊਟ ਕਰਨ ਦਾ ਮਤਲਬ ਇਹੀ ਸੀਗਾ ਕਿ ਮੈਂ ਕਹਾਂ ਮੈਂ ਆਪਣੀਆਂ ਪਾਵਰ ਤੈਨੂੰ ਵੀ ਦੇ ਦਿੱਤੀਆਂ, ਮੈਂ ਆਪਣੀਆਂ ਪਾਵਰ ਹੋਰ ਕਿਸੇ ਨੂੰ ਵੀ ਦੇ ਦਿੱਤੀਆਂ, ਮੈਂ ਆਪਣੀਆਂ ਪਾਵਰ ਗਰੁੱਪਸ ਨੂੰ ਵੀ ਦੇ ਦਿੱਤੀਆਂ, ਮੈਂ ਆਰਗੇਨਾਈਜੇਸ਼ਨ ਨੂੰ ਵੀ ਦੇ ਦਿੱਤੀਆਂ, ਮੈਂ ਹਿਊਮਨ ਬੀਇੰਗ ਨੂੰ ਵੀ ਦੇ ਦਿੱਤੀਆਂ। ਇਹਦਾ ਮਤਲਬ ਮੈਂ ਤਾਂ ਆਪਣੇ ਆਪ ਨੂੰ ਖਤਮ ਕਰਤਾ ਨਾ। ਕਿਉਂਕਿ ਜਦੋਂ ਕੋਈ ਇਨਸਾਨ ਆਪਣੀ ਪਾਵਰ ਨੂੰ ਡਿਸਟ੍ਰੀਬਿਊਟ ਕਰ ਦਿੰਦਾ ਇਹਦਾ ਮਤਲਬ ਉਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲੈਂਦਾ। ਇਸੇ ਤਰ੍ਹਾਂ ਹੀ ਸਟੇਟ ਹੈ, ਅਗਰ ਸਟੇਟ ਪਾਵਰ ਨੂੰ ਬਹੁਤ ਜਗ੍ਹਾ ਡਿਸਟ੍ਰੀਬਿਊਟ ਕਰ ਦੇਗੀ ਇਹਦਾ ਮਤਲਬ ਹੈ ਕਿ ਸਟੇਟ ਤੋਂ ਆਪਣੀ ਹੀ ਪਾਵਰ ਨੂੰ ਖਤਮ ਕਰ ਰਹੀ ਹੈ। ਕਲੀਅਰ? ਇਸ ਦੇ ਨਾਲ ਹੀ ਚੈਪਟਰ ਦਾ ਆਪਣਾ ਪੋਰਸ਼ਨ ਇੱਥੇ ਹੀ ਕੰਪਲੀਟ ਹੁੰਦਾ ਹੈ।